जी आए ਨੂੰ प्यारे विद्यार्थियों इंग्लिश मीडियम ਦੀ 8th ਕਲਾਸ ਦੀ ਮੈਥ ਦੀ ਨਿਊ ਬੁੱਕ ਚੈਪਟਰ ਨੰਬਰ 7 ਕੰਪੇਅਰਿੰਗ ਕੁਆਂਟੀਟੀਜ਼ ਐਕਸਰਸਾਈਜ਼ 7.7 ਤੇ ਇਸ ਐਕਸਰਸਾਈਜ਼ ਦੇ ਲਾਸਟ ਟੂ ਕੁਐਸਚਨਸ 4th ਐਂਡ 5th ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ। ਸੋਲੂਸ਼ਨਸ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਕਾਪੀ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਇਹਨਾਂ ਕੁਐਸਚਨਸ ਨੂੰ ਆਪਣੇ ਆਪ ਕਰਨ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ, ਤੁਹਾਨੂੰ ਮੈਂ ਯਾਦ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ ਨੇ 8th ਕਲਾਸ ਨਾਲ ਜੁੜੀਆਂ ਹੋਈਆਂ। ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ, ਤੁਹਾਨੂੰ ਬਹੁਤ ਬੈਨੀਫਿਟ ਹੋਏਗਾ। ਇੱਕ ਹੈਗੀ 8th ਮੈਥ ਨੋਟਸ, ਫਿਰ ਇੱਕ ਹੈਗੀ 8th ਸਾਇੰਸ, 8th ਇੰਗਲਿਸ਼, 8th ਗ੍ਰਾਮਰ, ਫਿਰ ਮੈਥ ਕਨਸੈਪਟਸ ਤੇ ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ देखिए बच्चों, क्वेश्चन नंबर 4 दी कॉस्ट ऑफ LED TV। ਹੁਣ ਦੇਖੋ ਬੱਚੇ, ਇੱਕ ਨਵੀਂ ਚੀਜ਼ ਆ ਗਈ ਇੱਥੇ, ਤੇ ਮੈਂ ਤੁਹਾਨੂੰ ਦੱਸਾਂ ਕਿ ਇਸੇ ਚੈਨਲ ਦੇ ਉੱਤੇ ਇੱਕ ਹੋਰ ਪਲੇਲਿਸਟ ਵੀ ਹੈਗੀ ਹੈ ਐਬਰੀਵੀਏਸ਼ਨਸ। ਉਹਦੇ ਵਿੱਚ ਸ਼ਾਇਦ 6-7 ਵੀਡੀਓ ਹੈਗੇ ਨੇ ਐਬਰੀਵੀਏਸ਼ਨਸ ਦੇ, ਜਿਹਦੇ ਵਿੱਚ ਮੈਂ ਜਨਰਲ ਨੌਲੇਜ, ਜਨਰਲ ਐਬਰੀਵੀਏਸ਼ਨਸ ਦੀ ਗੱਲ ਕੀਤੀ ਹੈ, ਸਾਇੰਸ ਐਂਡ ਟੈਕਨੋਲੋਜੀ ਦੀ ਐਬਰੀਵੀਏਸ਼ਨਸ ਦੀ ਗੱਲ ਕੀਤੀ ਹੈ, ਬੈਂਕਿੰਗ ਐਂਡ ਇਕਨੋਮਿਕਸ ਦੀ ਗੱਲ ਕੀਤੀ ਹੈ, ਤੇ ਕੁਝ ਹੋਰ ਵੀਡੀਓਜ਼ ਹੈਗੇ ਨੇ। ਇਹ ਚੀਜ਼ ਬੱਚਿਓ ਬੜੀ ਹੀ ਇੰਪੋਰਟੈਂਟ ਅਤੇ ਕੀਮਤੀ ਹੈ। ਜਦੋਂ ਤੁਸੀਂ ਕੰਪੀਟੀਸ਼ਨ ਦੇ ਪੇਪਰਸ ਦੇਵੋਗੇ, SSC ਦੇ ਜਾਂ ਆਪਣੇ ਪੁਲਿਸ ਦੇ, ਫੌਜ ਦੇ, ਆਰਮੀ ਦੇ ਤੇ ਬੈਂਕਿੰਗ ਦੇ, ਉਹਨਾਂ ਵਿੱਚ ਇੱਦਾਂ ਦੇ ਸਵਾਲ ਜ਼ਰੂਰ ਆਉਂਦੇ ਨੇ ਵੀ ਇਹਦੀ ਫੁੱਲ ਫਾਰਮ ਕੀ ਹੈਗੀ ਹੈ, LED ਦੀ ਫੁੱਲ ਫਾਰਮ ਕੀ ਹੈ, ASAP ਦੀ ਫੁੱਲ ਫਾਰਮ ਕੀ ਹੈਗੀ ਹੈ, ਜਾਂ ਮਤਲਬ ਕਿ ਜਿੱਦਾਂ ਅਸੀਂ ਕਹੀਏ ਕਿ GDP ਦੀ ਫੁੱਲ ਫਾਰਮ ਕੀ ਹੈਗੀ ਹੈ, ਹਨਾ। ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਹੋਣੀ ਚਾਹੀਦੀਆਂ। ਤੇ LED ਦਾ ਮਤਲਬ ਹੁੰਦਾ ਬੱਚਿਓ ਲਾਈਟ ਐਮਿਟਿੰਗ ਡਾਇਓਡ, ਲਾਈਟ ਐਮਿਟਿੰਗ ਡਾਇਓਡ। ਤੇ TV ਤੇ ਸਾਨੂੰ ਪਤਾ ਹੀ ਹੈ, TV ਦੀ ਸ਼ਾਰਟ ਫਾਰਮ, ਫੁੱਲ ਫਾਰਮ ਹੈਗੀ ਟੈਲੀਵਿਜ਼ਨ। T ਤੋਂ ਟੈਲੀ, V ਤੋਂ ਵਿਜ਼ਨ। ਸੋ ਟੈਲੀਵਿਜ਼ਨ ਤੇ LED ਹੈਗਾ ਲਾਈਟ ਐਮਿਟਿੰਗ ਡਾਇਓਡ। ਇਸ ਤਰ੍ਹਾਂ ਦੀ ਬਹੁਤ ਸਾਰੀਆਂ, ਜਿੱਦਾਂ ਹੁਣ ਅਸੀਂ ਕਹਿੰਦੇ ਨਾ 7 AM ਸਵੇਰ ਦੇ 7 ਵਜੇ ਹੋਣ, ਤੇ 7 PM ਸ਼ਾਮ ਦੇ 7 ਵਜੇ ਹੋਣ, ਤੇ 7 AM 7 PM। ਹੁਣ AM ਤੇ PM ਦਾ ਕੀ ਮਤਲਬ ਹੁੰਦਾ ਹੈ, ਇਹਦੀ ਫੁੱਲ ਫਾਰਮ ਕੀ ਹੈਗੀ ਹੈ, ਇਹ ਸਾਰੀਆਂ ਗੱਲਾਂ ਮੈਂ ਉਹ ਐਬਰੀਵੇਸ਼ਨਸ ਵਾਲੀ ਵੀਡੀਓਜ਼ ਵਿੱਚ ਦੱਸੀਆਂ ਹੋਈਆਂ ਨੇ। ਤੁਸੀਂ ਦੇਖੋ ਪੈਨਸਲ ਦੇ ਉੱਤੇ ਲਿਖਿਆ ਹੁੰਦਾ HB, ਜਾਂ ਕਈ ਵਾਰ ਲਿਖਿਆ ਹੁੰਦਾ 2H, ਜਾਂ ਕਈ ਵਾਰ ਲਿਖਿਆ ਹੁੰਦਾ 2B। ਸੋ ਇਹ B और H ਦਾ ਕੀ ਮਤਲਬ ਹੈਗਾ, ਇਹ ਗੱਲਾਂ ਉਹ ਸਾਰੀਆਂ ਦੱਸੀਆਂ ਹੋਈਆਂ, ਠੀਕ ਹੈ ਜੀ। ਸੋ अब देखिए बच्चे, द कॉस्ट ऑफ LED TV वाज ₹16,000 ड्यूरिंग 2018। ਵੀ 2018 ਵਿੱਚ ਟੈਲੀਵਿਜ਼ਨ ਜੋ LED TV ਹੈਗਾ ਉਹਦੀ ਵੈਲਿਊ ਸੀਗੀ 16,000। ਫਿਰ ਕਹਿੰਦੇ ਇਨ ਨੈਕਸਟ ਈਅਰ 2019, ਵੀ ਅਗਲੇ ਸਾਲ 2019 ਚ ਦੀ ਪ੍ਰਾਈਸ ਵਾਜ਼ ਹਾਈਕਡ, ਹਾਈਕਡ ਮੈਨੇ ਚੱਕਿਆ ਗਿਆ, ਇਨਕਰੀਜ਼ਡ ਵਧਾ ਦਿੱਤਾ ਗਿਆ ਬਾय 5%। ਅਗਲੇ ਸਾਲ ਪ੍ਰਾਈਸ 5% ਵਧ ਗਿਆ। ਫਿਰ ਕਹਿੰਦੇ ਇਨ ਨੈਕਸਟ ਈਅਰ, ਮਤਲਬ ਕਿ ਅਗਲਾ ਹੁਣ 2020 ਆ ਗਿਆ, 2020 ਆ ਗਿਆ, ਦੀ ਕਾਸਟ ਵਾਜ਼ ਰਿਡਿਊਸਡ, ਫਿਰ ਘਟ ਗਈ ਬਾय 4%। ਵਟ ਇਜ਼ ਦੀ ਕਾਸਟ ਆਫ LED TV ਇਨ 2020। ਹੁਣ ਬੱਚਾ ਦੇਖੋ ਇੱਥੇ ਕੀ ਹੈਗਾ, ਇੱਥੇ ਇੱਕ ਸਾਲ ਲਈ ਕਿਹਾ 5% ਵੱਧ ਗਿਆ, 5%, ਤੇ ਦੂਜੇ ਸਾਲ ਕੀ ਕੀਤਾ 4% ਘਟ ਗਿਆ। ਸੋ ਬੱਚੋ ਇਸ ਸਵਾਲ ਨੂੰ ਦੋ ਸਟੇਜਿਸ ਵਿੱਚ ਕਰਨਾ ਪਏਗਾ। ਮਤਲਬ ਕਿ ਪਹਿਲੀ ਵਾਰ, ਪਹਿਲਾਂ ਅਸੀਂ ਲਵਾਂਗੇ ਟਾਈਮ 1 ਈਅਰ ਲਵਾਂਗੇ, ਉਹਦੇ ਵਿੱਚ 1 ਈਅਰ ਅਸੀਂ ਕੀ ਕਰਾਂਗੇ, ਪ੍ਰਾਈਸ 5% ਵਧੇਗਾ। ਤੇ ਦੂਜੇ ਸਾਲ ਫਿਰ ਅਸੀਂ ਦੂਜੇ ਤੋਂ ਮਤਲਬ ਕਿ ਪਹਿਲੇ ਜੇ ਸਾਲ ਖਤਮ ਹੋ ਗਿਆ, ਦੂਜਾ ਸਾਲ ਹੈ ਉਹਨੂੰ ਫਿਰ ਟਾਈਮ ਅਸੀਂ 1 ਈਅਰ ਲਵਾਂਗੇ, ਤੇ ਫਿਰ ਕੀ ਹੋ ਜਾਏਗਾ, ਰੇਟ ਜਿਹੜਾ ਹੈ ਉਹ 4% ਘਟ ਗਿਆ। ਸੋ ਇਹ ਬੱਚੋ ਸਵਾਲ ਜਿਹੜਾ ਪਹਿਲਾ ਪੋਰਸ਼ਨ ਹੋਏਗਾ, ਪਹਿਲਾ ਉਹ 'ਚ ਪਲੱਸ ਆਏਗਾ ਕਿਉਂਕਿ ਇਹ ਰਾਈਟ ਪ੍ਰਾਈਸ ਇਨਕਰੀਜ਼ ਹੋਇਆ। ਦੂਜੇ ਸਾਲ ਵਿੱਚ ਜਿਹੜਾ ਅਸੀਂ ਫਿਰ ਫਾਰਮੂਲਾ ਯੂਜ਼ ਕਰਾਂਗੇ ਉਹ 'ਚ ਮਾਈਨਸ ਆਏਗਾ। ਸੋ ਪਹਿਲੇ ਸਾਲ ਜੋ 5% ਇਨਕਰੀਜ਼ ਹੋ ਗਿਆ, ਜੋ ਪ੍ਰਾਈਸ ਆਏਗਾ ਉਹ ਦੂਜੇ ਸਾਲ ਦਾ P ਬਣ ਜਾਏਗਾ, ਠੀਕ ਹੈ। ਇਸ ਗੱਲ ਦਾ ਖਿਆਲ ਰੱਖਣਾ ਹੈ। ਸੋ ਇਸ ਥੋੜਾ ਡਿਫਰੈਂਟ ਕਿਸਮ ਦਾ ਸਵਾਲ, ਇਹਨੂੰ ਦੇਖੋ ਧਿਆਨ ਦੇ ਨਾਲ। P is equal to cost during 2018, ठीक है, is equal to ₹16,000। R is equal to rate of price hike is equal to 5%। फिर T is equal to time is equal to 1 ईयर, 1 ईयर लेना है 2018 तो 2019, ठीक है। And A is equal to cost of LED TV in 2019। So we know that A is equal to P क्योंकि rate increase होया है, देखो hike हैगा plus R by 100 थे raised to power T, putting values of P, R and T। ਸੋ ਲਓ ਜੀ, ਵੈਲਿਊਜ਼ ਆਫ P ਐਂਡ T ਪਾ ਦਿੱਤੀਆਂ, 5 ਤੇ ਇੱਥੇ 1 ਹੈਗਾ। ਸੋ 1 ਰੇਜ਼ ਟੂ ਪਾਵਰ ਤੇ 1 ਬੱਚੇ ਉਹੀ ਚੀਜ਼ ਹੁੰਦੀ ਹੈ। ਸੋ 5 × 5 5 ਦੂਣੀ 10, 1 by 20 ਆ ਗਿਆ। ਸੋ 20 ਨੂੰ 1 ਨਾਲ ਮਲਟੀਪਲਾਈ ਕੀਤਾ 20, ਤੇ ਪਲੱਸ 1 ਐਡ ਕੀਤਾ 21 by 20। ਸੋ ਰੇਜ਼ ਟੂ ਪਾਵਰ 1 ਹੈਗਾ ਬੱਚੋ, 21 ਦੀ ਪਾਵਰ ਅਗਰ 1 ਹੋਵੇ ਤੇ 21 ਹੀ ਹੋਏਗਾ, 20 ਦੀ ਪਾਵਰ 1 ਹੋਵੇ ਤੇ ਉਹ ਵੀ 20 ਹੀ ਆਏਗਾ। ਸੋ ਹੈਗਾ 16,000 × 21 by 20। ਸੋ ਹੈ ਬੱਚੋ, ਇਹ 0 ਨਾਲ 0 ਹੈ ਕਟਿਆ, ਤੇ 2 8 16, 800 × 21। ਸੋ ਹੈਗਾ 16,800 ਆ ਗਈ ਬੱਚਿਓ 2019 ਦੀ ਪ੍ਰਾਈਸ। ਹੁਣ ਬੱਚੋ ਜਿਹੜੀ ਇਹ 2019 ਦੀ ਪ੍ਰਾਈਸ ਹੈਗੀ ਹੈ, ਇਹ ਸਾਡੀ
2020 ਦੇ ਪ੍ਰਾਈਸ ਕੈਲਕੂਲੇਟ ਕਰਨ ਲਈ P ਬਣ ਜਾਏਗੀ P। ਸੋ ਦੈਟ ਇਜ਼ in 2019 the cost of LED TV will be rupees 16,800। so once again ਇੱਕ ਵਾਰ ਫਿਰ P is equal to cost in 2019। ਹੁਣ ਇਹ ਵਾਲੀ cost ਅਸੀਂ P ਲਵਾਂਗੇ ਤੇ 16,800 ਹੋ ਜਾਏਗਾ। फिर टाइम इज इक्वल टू 1 ईयर क्योंकि 2020 की कैलकुलेशन करनी है, ठीक है। से R इज इक्वल टू रेट ऑफ कॉस्ट रिडक्शन। हूँ रेट द कॉस्ट रिडक्शन होगी, रिड्यूस हो रही है 4%। एंड A इज इक्वल टू कॉस्ट ऑफ LED TV इन 2020। सो पुटिंग वैल्यूज ऑफ P, R एंड T। हूँ असी पावांगे माइनस वाला फॉर्मूला। हूँ देखो माइनस आ जाएगा क्योंकि रिडक्शन है। सो इतने आ जाएगा 16,000 नहीं सीगा, इतने 16,800 आ जाएगा, तो इतने 4 आ जाएगा। सो 4 ਨੂੰ ਜਿਹੜੇ ਡਿਵਾਈਡ ਕੀਤਾ 100 ਨਾਲ, 100 ਨੂੰ 4 ਨਾਲ ਡਿਵਾਈਡ ਕੀਤਾ 1/25 ਆ ਗਿਆ। ਸੋ 25 into 1 is 25 ਤੇ 25 ਚੋਂ 1 ਗਿਆ ਕਿੰਨਾ ਹੋ ਗਿਆ 24। ਸੋ 24/25 ਪਾਵਰ 1 ਹੈਗੀ ਹੈ, ਸੋ 24 ਹੀ ਰਹੇਗਾ ਤੇ 25 ਹੀ ਰਹੇਗਾ। ਸੋ ਇਹ ਬੱਚਿਓ 2 ਜ਼ੀਰੋ ਹੈਗੀਆਂ ਤੇ ਜੋ 2 ਜ਼ੀਰੋ ਹੁੰਦੀਆਂ ਬੱਚਿਓ ਅਸੀਂ 168 into 100 ਲਿਖ ਸਕਦੇ ਹਾਂ ਤੇ 100/25 is equal to 4 ਹੁੰਦਾ ਹੈ। ਬੱਚਿਓ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਕਿ 25 ਦਾ ਪਹਾੜਾ ਤੁਸੀਂ ਜ਼ਰੂਰ ਯਾਦ ਕਰੋ, ਇਹ ਤੁਹਾਡਾ ਬੜਾ ਕੰਮ ਆਏਗਾ और ਤੁਹਾਡਾ बहुत सारा टाइम बचेगा। मैं ਤੁਹਾਨੂੰ बोल के सुना देना, बड़ा ही आसान है। 25 × 25, 25 × 50, 25 × 75, 25 चौक 100, 25 × 125 125, 25 6 150 150, 25 7 175 175, 25 8 200 200, 25 9 25 into 9 is 225 ਤੇ 25 10 250 250। ਸੋ ਬੜਾ ਸੌਖਾ ਹੈ ਬੱਚਿਓ, ਮਾਈਂਡ ਵਿੱਚ ਤੁਸੀਂ 25 25 ਐਡ ਕਰੀ ਜਾਓ ਤੇ 25 ਦਾ 50, 50 ਦੇ ਅੱਗੇ ਐਡ 25 ਦਾ 75, ਫਿਰ 100, ਫਿਰ 125, ਫਿਰ 150, ਫਿਰ ਆ ਗਿਆ 175, ਫਿਰ ਆ ਗਿਆ 200, ਫਿਰ 250 ਤੇ ਫਿਰ ਆ ਗਿਆ 250। ਸੋ ਇਸ ਵੈਰੀ ਈਜ਼ੀ। ਸੋ 25 ਦਾ ਪਹਾੜਾ ਤੁਸੀਂ ਯਾਦ ਕਰਿਓ। ਸੋ 25 ਤੇ 2 ਜ਼ੀਰੋ ਜਿਹੜੇ ਹੋਣ ਤੇ ਬੱਚਿਓ ਇਹਦਾ 4 ਆ ਜਾਣਾ। ਸੋ 160 into 4 into 24। ਕਿੰਨਾ ਸੌਖਾ ਹੈ ਨਾ। ਸੋ ਅਸੀਂ ਬੱਚਿਓ ਇਸ ਤਰ੍ਹਾਂ ਗੁਣਾ ਕੀਤਾ ਤੇ ਆ ਗਿਆ ₹16,128। that is the cost of LED TV in 2020 will be rupees 16,128। so net increase ਹੋਇਆ, ਪਹਿਲੇ ਸਟਾਰਟਿੰਗ ਵਿੱਚ ਪ੍ਰਾਈਸ ਸੀਗਾ 16,000, ਫਿਰ ਵੱਧ ਕੇ 5% ਵਧਿਆ ਬਣ ਗਿਆ 16,800 ਤੇ ਫਿਰ 4% ਘਟਿਆ ਤੇ ਬਣ ਗਿਆ ਤੁਹਾਡਾ 16,128। ਸੋ ਇਸ ਤਰ੍ਹਾਂ ਦੇ ਬੱਚੇ ਜਦ ਸਵਾਲ ਆ ਜਾਣ, ਅਲੱਗ-ਅਲੱਗ ਰੇਟ ਹੋਵੇ, ਮਤਲਬ ਕਿ ਪਹਿਲੇ ਸਾਲ ਕੁਝ ਹੋਰ ਰੇਟ ਹੈ, ਦੂਜੇ ਸਾਲ ਕੁਝ ਹੋਰ ਰੇਟ ਹੈ, ਤੇ ਫਿਰ ਉਹਨੂੰ ਇਸ ਸਵਾਲ ਨੂੰ 2 ਹਿੱਸਿਆਂ ਵਿੱਚ ਤੁਸੀਂ 2 ਪਾਰਟਸ ਵਿੱਚ ਕਰਨਾ ਹੈ। ਆਓ ਨੈਕਸਟ ਕੁਐਸਚਨ ਦੇਖੀਏ। ਹੁਣ ਬੱਚੇ ਦੇਖੋ ਇਸ ਫਾਰਮੂਲੇ ਦਾ ਅਸੀਂ ਇੱਕ ਹੋਰ ਦੂਜਾ ਰੂਪ ਦੇਖਾਂਗੇ ਕਿ ਇਹ ਫਾਰਮੂਲਾ ਸਿਰਫ ਮਸ਼ੀਨ ਦੀ ਡੈਪਰੀਸੀਏਸ਼ਨ, ਪਲਾਟ ਦੀ ਐਪਰੀਸੀਏਸ਼ਨ ਜਾਂ ਇੰਟਰਸਟ ਕੈਲਕੂਲੇਸ਼ਨ ਲਈ ਯੂਜ਼ ਨਹੀਂ ਕੀਤਾ ਜਾਂਦਾ। ਇਹ ਪਾਪੂਲੇਸ਼ਨ ਕਿਸੇ ਸੂਬੇ ਦੀ, ਕਿਸੇ ਸਟੇਟ ਦੀ, ਕਿਸੇ ਡਿਸਟ੍ਰਿਕਟ ਦੀ, ਕਿਸੇ ਇਲਾਕੇ ਦੀ ਕਿਸ ਰੇਟ ਨਾਲ ਵਧ ਰਹੀ ਹੈ, ਕਿਸ ਰੇਟ ਨਾਲ ਘਟ ਰਹੀ ਹੈ, ਤੇ ਫਿਰ ਉਹਦੀ ਅਸੀਂ ਪਾਪੂਲੇਸ਼ਨ ਵੀ ਕੈਲਕੂਲੇਟ ਕਰ ਸਕਦੇ ਹਾਂ। ਸੇਮ ਐਗਜ਼ੈਕਟਲੀ ਫਾਰਮੂਲਾ ਆਓ ਦੇਖੀਏ। ਸੋ ਪਾਪੂਲੇਸ਼ਨ ਆਫ ਅ ਟਾਊਨ, ਕਿਸੇ ਸ਼ਹਿਰ ਦੀ ਪਾਪੂਲੇਸ਼ਨ ਹੈਗੀ 1,50,000 1,50,000। ਦੀ ਐਨੂਅਲ ਬਰਥ ਰੇਟ ਇਜ਼ 5%। ਹੁਣ ਕਹਿੰਦੇ ਸਾਲਾਨਾ ਜੋ ਬਰਥ ਰੇਟ ਹੈ ਉਹ 5% ਹੈ। ਕਹਿਣ ਦਾ ਮਤਲਬ ਇਹ ਹੈ ਕਿ ਇਹਦਾ 5% ਜੋ ਹੈ ਉਨੇ ਬੱਚੇ ਉਸ ਜਨਮ ਲੈਂਦੇ ਨੇ ਇੱਕ ਸਾਲ ਵਿੱਚ, ਠੀਕ ਹੈ। ਐਂਡ ਮੋਰਟੈਲਿਟੀ ਰੇਟ, ਮੋਰਟੈਲਿਟੀ ਰੇਟ ਮਤਲਬ ਕੀ ਹੁੰਦਾ ਬੱਚੋ ਡੈਥ ਰੇਟ, ਮੋਰਟੈਲਿਟੀ ਦਾ ਮਤਲਬ ਹੁੰਦਾ ਡੈਥ। ਤੇ 3% ਬੱਚੇ ਬੰਦੇ ਜਿਹੜੇ ਬਜ਼ੁਰਗ ਹੈਗੇ ਨੇ ਉਹ ਚੜ੍ਹਾਈ ਕਰ ਜਾਂਦੇ ਨੇ, ਅਕਾਲ ਚਲਾਣਾ ਕਰ ਜਾਂਦੇ ਨੇ, ਹਨਾ, ਆਪਣਾ ਆਖਰੀ ਸਵਾਸ ਲੈਂਦੇ ਨੇ। ਤੇ ਕਹਿੰਦੇ ਫਾਈਂਡ ਦੀ ਪਾਪੂਲੇਸ਼ਨ ਆਫਟਰ 2 years। ਇਹ ਤੇ ਬੱਚੋ ਬੜਾ ਸੌਖਾ ਹੈਗਾ, ਇਹਨੂੰ 2 ਹਿੱਸਿਆਂ 'ਚ ਕਰਨ ਦੀ ਲੋੜ ਨਹੀਂ ਕਿਉਂਕਿ ਇੱਕੋ ਸਾਲ ਦੇ ਇਹ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਹੋ ਰਹੀਆਂ। 5% ਪਾਪੂਲੇਸ਼ਨ ਵੱਧਦੀ ਪਈ ਹੈ ਤੇ ਨਾਲ ਦੇ ਨਾਲ 3% ਪਾਪੂਲੇਸ਼ਨ ਘਟਦੀ ਪਈ ਹੈ। ਸੋ ਨੈਟ ਇਨਕਰੀਜ਼ ਅਸੀਂ ਦੇਖਾਂਗੇ। ਨੈਟ ਇਨਕਰੀਜ਼ ਕਿੰਨੀ ਹੋ ਜਾਏਗੀ 5 - 3 2%। ਮਤਲਬ ਕਿ ਜੇ ਮਤਲਬ ਕਿ 5% ਮੰਨ ਲਓ 5 ਪੈਸੇ ਮੈਂ ਕਮਾਏ ਤੇ 3 ਰੁਪਏ ਖਰਚ ਦਿੱਤੇ ਤੇ ਮੇਰੇ ਕੋਲ ਕਿੰਨੇ ਬਚ ਗਏ 5 ਘਟਾ 3 2। ਸੋ 100 ਚੋਂ 5 ਬੰਦੇ 100 ਦਾ 5% 5 ਹੁੰਦਾ, 5 ਬੱਚਿਆਂ ਨੇ ਜਨਮ ਲਿਆ ਤੇ 100 ਦਾ 3% 3 ਹੁੰਦਾ ਤੇ 3 ਬੰਦੇ ਮਰ ਗਏ ਤੇ ਵਾਧਾ ਕਿੰਨਾ ਹੋਇਆ 2 ਬੰਦਿਆਂ ਦਾ, ਠੀਕ ਹੈ ਨਾ। ਸੋ ਇਸ ਤਰ੍ਹਾਂ ਕਰਾਂਗੇ ਸਵਾਲ ਹੈ ਵਾਲਾ। ਦੇਖੋ P is equal to towns present population is equal to 1,50,000, T is equal to time is equal to 2 years, rate of increase is equal to birth rate minus mortality rate। ਇਹ ਹੈਗਾ net rate of increase। ਸੋ 5% - 3% is equal to 2%। ਇਹਦਾ ਮਤਲਬ ਕਿ 2% ਦੇ ਰੇਟ ਤੇ ਪਾਪੂਲੇਸ਼ਨ ਵੱਧਦੀ ਪਈ ਹੈ। ਸੋ ਐਂਡ A is equal to towns population after 2 years is equal to question mark।
सो वी नो दैट ए इज इक्वल टू पी 1 प्लस आर बाय 100 ਇਹ ਫਾਰਮੂਲਾ ਅਸੀਂ यूज करांगे क्योंकि रेट ऑफ इंक्रीज हैगा वाधा हो रहा है तो इस करके इतने साइन प्लस आएगा सो पुटिंग वैल्यूज ऑफ पी आर एंड टी सो लो जी पाता 150 1,50,000 1 प्लस 2 अपॉन 100 सो जिले बच्चों 100 ਨੂੰ 2 ਨਾਲ डिवाइड किया तो 1 अपॉन 50 आ गया सो 50 into 1 is 50 ਤੇ ਇੱਥੇ ਪਲੱਸ ਹੈਗਾ ਪਲੱਸ ਐਡ ਕੀਤਾ 51 अपॉन 50 सो 51 ਦਾ ਸਕੁਅਰ ਕੀ ਹੋ ਜਾਏਗਾ ਬੱਚਿਓ 5 5 25 ਤੇ 2501 25 25 5 5 25 25 और 1 26 2601 ਇਹ ਬੱਚਿਓ ਜਿੱਥੇ 5 ਆਵੇ ਬਣਾ 100 ਪਲੇਸ ਤੇ ਜਿੱਦਾਂ 52 ਹੋਵੇ 53 ਹੋਵੇ ਇਹਦਾ ਸਕੁਅਰ ਅਸੀਂ ਓਰਲੀ ਕਰ ਸਕਦੇ ਹਾਂ ਜ਼ੁਬਾਨੀ ਕਰ ਸਕਦੇ ਹਾਂ ਇਹ ਟ੍ਰਿਕ ਜਿਹੜੀ ਹੈ ਕਿਸ ਤਰ੍ਹਾਂ ਕਰੀਦਾ ਇਹ ਮੈਂ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਵਿੱਚ ਸਕੁਅਰਸ ਦਾ ਵੀਡੀਓ ਹੈਗਾ ਉਹ ਤੁਸੀਂ ਦੇਖੋ ਉਸ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਤੁਸੀਂ ਜ਼ੁਬਾਨੀ ਸਕੁਅਰ ਪਤਾ ਕਰ ਸਕਦੇ ਹੋ 51 ਦਾ 52 ਦਾ 53 ਦਾ 54 ਦਾ ਬਿਨਾ ਪੈਨਸਲ ਬਿਨਾ ਪੈਨ ਯੂਜ਼ ਕੀਤੇ ਠੀਕ ਹੈ ਸੋ ਇਹ 51 ਦਾ ਸਕੁਅਰ ਆ ਜਾਏਗਾ 2601 ਤੇ 50 ਦਾ ਤੇ ਬੜਾ ਸੌਖਾ ਹੈ 5 5 25 2500 ਸੋ 20 ਨਾਲ 20 ਕੱਟ ਗਈਆਂ ਤੇ 25 ਨਾ ਪਹਾੜਾ ਜਿਹੜੇ ਅਸੀਂ ਯੂਜ਼ ਕਰਾਂਗੇ ਤੇ ਬੱਚੇ ਆ ਜਾਂਦਾ 25 6 150 ਸੋ ਇੱਥੇ 60 ਆ ਗਿਆ 60 into 2601 25 ਦਾ ਪਹਾੜਾ ਵਜੋਂ ਤੁਹਾਨੂੰ ਮੈਂ ਦੱਸਿਆ ਹੋਣੀ ਇਹ ਬੜਾ ਇੰਪੋਰਟੈਂਟ ਹੈਗਾ 25 × 25 25 × 50 25 × 75 25 100 25 5 125 ਹੈ ਨਾ ਸੋ ਇਹ ਇਸ ਤਰ੍ਹਾਂ ਫਾਇਦਾ ਹੁੰਦਾ ਕਿ ਅਸੀਂ ਫਟਾਫਟ ਇਹਨੂੰ ਕੱਟ ਸਕਦੇ ਹਾਂ ਸੋ ਜਿਹੜੇ 150 ਨੂੰ 25 ਨਾਲ ਭਾਗ ਕਰਾਂਗੇ ਤੇ ਕਿੰਨਾ ਆ ਜਾਏਗਾ 6 ਆ ਜਾਏਗਾ ਠੀਕ ਹੈ ਸੋ ਹੈਗਾ 1,56,060 so that is after 2 years the town's population is equal to 1,56,060 persons ਸੋ ਇਸ ਤਰ੍ਹਾਂ ਬੱਚਿਓ ਇਹ ਵਾਲੇ ਸਵਾਲ ਕਰਨੇ ਨੇ ਔਰ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਇਹ ਫਾਰਮੂਲਾ ਬੱਚਿਓ ਬੜਾ ਹੀ ਇੰਪੋਰਟੈਂਟ ਹੈਗਾ ਇੰਟਰਸਟ ਕੈਲਕੂਲੇਸ਼ਨ ਲਈ ਪਲਾਟ ਦੀ ਐਪਰੀਸੀਏਸ਼ਨ ਕੈਲਕੂਲੇਟ ਕਰਨ ਲਈ ਇੰਟਰਸਟ ਦੀ ਆਪਣਾ ਕਿਸੇ ਮਸ਼ੀਨ ਦੀ ਕਿਸੇ ਗੱਡੀ ਦੀ ਡੈਪਰੀਸੀਏਸ਼ਨ ਕੈਲਕੂਲੇਟ ਕਰਨ ਲਈ ਤੇ ਇਸ ਤਰ੍ਹਾਂ ਪੋਪੂਲੇਸ਼ਨ ਵਗੈਰਾ ਕੈਲਕੂਲੇਟ ਕਰਨ ਲਈ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ ਫਾਰਮੂਲਾ ਨੂੰ ਤੁਸੀਂ ਇਸ ਸਵਾਲਾਂ ਨੂੰ ਬੜੀ ਸੀਰੀਅਸਲੀ ਇਹਨਾਂ ਦੀ ਪ੍ਰੈਕਟਿਸ ਚੰਗੀ ਤਰ੍ਹਾਂ ਕਰ ਲੈਣੀ ਹੈ ਸੋ ਪਿਆਰੇ ਵਿਦਿਆਰਥੀਓ ਇਸ ਦੇ ਨਾਲ ਤੁਹਾਡੀ ਐਕਸਰਸਾਈਜ਼ 7.7 ਇੱਥੇ ਸਮਾਪਤ ਹੁੰਦੀ ਹੈ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ